ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰਿਓ, ਆਪ ਜੀ ਨਾਲ ਜਪਜੀ ਸਾਹਿਬ ਜੀ ਕੀ 7ਵੀਂ ਪੌੜੀ ਦੀ ਵਿਚਾਰ ਨੂੰ ਸਾਂਝਾ ਕਰੀਏ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ, ਬਲ ਬੁੱਧੀ ਬਖਸ਼ਣ, ਤਾਂ ਜੋ ਉਹਨਾਂ ਦੀ ਅਗੰਮੀ ਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਸਕੀਏ। 7ਵੀਂ ਪੌੜੀ ਦੀ ਵਿਚਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੋਝੀ ਬਖਸ਼ ਰਹੇ ਹਨ। ਜਦੋਂ ਸਿੱਧਾਂ ਨਾਲ ਵਾਰਤਾਲਾਪ ਹੋ ਰਹੀ ਸੀ ਤਾਂ ਮਹਾਰਾਜ ਨੇ ਸਿੱਧਾਂ ਦੇ ਪ੍ਰਸ਼ਨਾਂ ਦਾ ਜਦੋਂ ਉੱਤਰ ਦਿੱਤਾ ਤਾਂ ਸਿੱਧ ਮਹਾਰਾਜ ਤੋਂ ਬਹੁਤ ਪ੍ਰਸੰਨ ਹੋ ਗਏ। ਸਿੱਧਾਂ ਦੀ ਪਰ ਜਿਹੜੀ ਉਮਰ ਸੀ ਉਹ ਕਈ 100 ਸਾਲਾਂ ਦੀ ਸੀ, ਕੋਈ 200, 250, ਕੋਈ 400 ਸਾਲ। ਇਸ ਤਰ੍ਹਾਂ ਸਿੱਧਾਂ ਨੇ ਆਪਣੀ ਉਮਰ ਜਿਹੜੀ ਹੈ ਉਹ ਵਧਾਈ ਹੋਈ ਸੀ। ਔਰ ਉਸ ਸਮੇਂ ਦੋ ਪ੍ਰਚਲਿਤ ਜਿਹੜੀਆਂ ਸੰਸਾਰ ਵਿੱਚ ਕਿਸੇ ਨੂੰ ਆਪਣੇ ਵੱਲ ਖਿੱਚਣ ਦੀਆਂ ਜੁਗਤੀਆਂ ਸਨ, ਉਹ ਇਹੀ ਸੀ। ਹਰ ਇੱਕ ਇਹ ਚਾਹੁੰਦਾ ਸੀ ਕਿ ਸਾਡੀ ਜਿਹੜੀ ਉਮਰ ਹੈ ਉਹ ਲੰਬੀ ਹੋਵੇ। ਉਹ ਦੂਸਰੀ, ਹਰ ਕੋਈ ਸੰਸਾਰ ਵਿੱਚ ਆਪਣੀ ਵਾਹ ਖੱਟਣਾ ਚਾਹੁੰਦਾ ਸੀ। ਜੇ ਅੱਜ ਦੇ ਸਮੇਂ 'ਚ ਵੀ ਅਸੀਂ ਦੇਖੀਏ ਤਾਂ ਮੌਤ ਦਾ ਭੈ ਹਰ ਇੱਕ ਦੇ ਅੰਦਰ ਹੈ। ਕੋਈ ਵੀ ਮਰਨਾ ਨਹੀਂ ਚਾਹੁੰਦਾ, ਚਾਹੇ ਉਹ ਜਿੰਨੀ ਵੀ ਉਮਰ ਭੋਗ ਰਿਹਾ ਹੋਏ, ਚਾਹੇ ਉਹ ਜਿੰਨਾ ਹੀ ਬਿਮਾਰ ਹੋਏ, ਚਾਹੇ ਉਹ ਸਰੀਰ ਦੇ ਪੱਖੋਂ ਦੁਖੀ ਵੀ ਹੋਏ, ਪਰ ਮਰਨ ਦਾ ਕੋਈ ਵੀ ਇੱਛੁਕ ਨਹੀਂ ਹੁੰਦਾ। ਸਾਰੇ ਆਪਣੀ ਲੰਬੀ ਉਮਰ ਦੀ ਹੀ ਕਾਮਨਾ ਕਰਦੇ ਹਨ ਔਰ ਇੱਕ ਲਾਲਚ ਵੀ ਬਣ ਜਾਂਦਾ ਹੈ। ਦੂਸਰੀ ਜਿਹੜੀ ਲਾਲਸਾ ਸੰਸਾਰ 'ਚ ਦੇਖੀ ਗਈ ਹੈ ਉਹ ਪ੍ਰਭਤਾ ਦੀ ਦੇਖੀ ਗਈ ਹੈ ਕਿ ਸਾਰਾ ਸੰਸਾਰ ਜਿਹੜਾ ਹੈ ਉਹ ਸਾਡੀ ਵਾਹ ਕਰੇ ਔਰ ਸਾਡੇ ਕਹਿਣੇ ਤੇ ਚੱਲੇ। ਜਦੋਂ ਸਿੱਧ ਗੁਰੂ ਸਾਹਿਬ ਤੋਂ ਪ੍ਰਸੰਨ ਹੋ ਗਏ ਤਾਂ ਉਹਨਾਂ ਨੇ ਸੋਚਿਆ ਕਿ ਇਸ ਬਾਲਕ ਨੂੰ ਜੇ ਅਸੀਂ ਆਪਣੇ ਪੰਥ 'ਚ ਸ਼ਾਮਿਲ ਕਰ ਲਈਏ ਤਾਂ ਸਾਡਾ ਪੰਥ ਦਾ ਨਾਮ ਹੋਰ ਚੱਲ ਪਏਗਾ। ਤਾਂ ਇਹੀ ਲਾਲਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਿੰਦੇ ਹੋਏ ਕਹਿੰਦੇ ਹਨ, ਹੇ ਨਾਨਕ, ਜੇ ਤੂੰ ਸਾਡੇ ਪੰਥ 'ਚ ਆ ਜਾਏ, ਜੇ ਤੂੰ ਸਾਡਾ ਚੇਲਾ ਬਣ ਜਾਏ ਤਾਂ ਅਸੀਂ ਤੈਨੂੰ ਉਮਰ ਲੰਬੀ ਕਰਨ ਦੀ ਵਿਧੀ ਦੱਸ ਦਾਂਗੇ, ਜਿਸ ਨਾਲ ਤੂੰ ਕਈ 100 ਸਾਲਾਂ ਦੀ ਉਮਰ ਜਿਹੜੀ ਆ ਭੋਗ ਪਾਏ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਸਿੱਧਾਂ ਨੂੰ ਸੋਝੀ ਜੋ ਬਖਸ਼ ਰਹੇ ਹਨ। ਮਹਾਰਾਜ ਫਰਮਾ ਰਹੇ ਹਨ ਕਿ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਆਰਜਾ ਤੋਂ ਭਾਵ ਉਮਰ ਦੀ ਗੱਲ ਹੈ। ਮਹਾਰਾਜ ਕਹਿੰਦੇ, ਹੇ ਸਿੱਧੋ, ਤੁਸੀਂ 200, 400 ਸਾਲ ਦੀ ਉਮਰ ਦੀ ਗੱਲ ਕਰਦੇ ਹੋ। ਮੈਂ ਇਹ ਕਹਿੰਦਾ ਹਾਂ, ਜੇ ਕਿਸੇ ਦੀ ਉਮਰ 4 ਯੁੱਗਾਂ ਜਿੰਨੀ ਵੀ ਹੋ ਜਾਏ ਔਰ ਇਸ ਤੋਂ ਵੀ 10 ਗੁਣਾ ਹੋ ਜਾਏ, 4 ਯੁੱਗਾਂ ਤੋਂ 10 ਗੁਣਾ ਤੋਂ ਭਾਵ 40 ਯੁੱਗ ਤੱਕ ਵੀ ਜੇ ਹੋ ਜਾਏ, ਤਾਂ ਐਡੀ ਲੰਬੀ ਉਮਰ ਪਾਉਣ ਨਾਲ ਵੀ ਕੋਈ ਬਹੁਤ ਵੱਡੀ ਮਹਾਨਤਾ ਨਹੀਂ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਫਰਮਾਨ ਕਰ ਰਹੇ ਹਨ, ਜੇ ਯੁੱਗ ਚਾਰੇ ਆਰਜਾ, ਜੇ ਕੋਈ ਸਾਧਨਾ ਕਰਕੇ ਆਪਣੀ ਜਿਹੜੀ ਆਰਜਾ ਹੈ, ਆਪਣੀ ਉਮਰ ਹੈ, ਉਸ ਨੂੰ 4 ਯੁੱਗ ਜਾਂ 10 ਗੁਣਾ 40 ਯੁੱਗ ਵੀ ਵਧਾ ਲੇ, ਕਿਉਂਕਿ ਇਹ ਵੀ ਮੰਨਿਆ ਗਿਆ ਹੈ, ਗੁਰਬਾਣੀ ਵਿੱਚ ਵੀ ਆਇਆ ਹੈ ਕਿ 36 ਯੁੱਗ 'ਚ ਜੋ ਨਿਰੰਕਾਰ ਹੈ, ਪਰਮੇਸ਼ਰ ਹੈ, ਇਹ ਸੁੰਨ ਸਮਾਦ ਵਿੱਚ ਰਿਹਾ। ਵੈਸੇ ਇਹਦਾ ਇੱਕ ਭਾਵ ਇਹ ਵੀ ਹੈ ਕਿ 36 ਯੁੱਗ ਤੋਂ ਭਾਵ ਬਹੁਤ ਲੰਬੇ ਸਮੇਂ ਤੱਕ ਪਰਮੇਸ਼ਰ ਜੋ ਹੈ ਉਹ ਸੁੰਨ ਸਮਾਦ 'ਚ ਰਿਹਾ। ਇਹ ਸਾਰਾ ਗਗਨ, ਇਹ ਜੋ ਵੀ ਦ੍ਰਿਸ਼ਟਮਾਨ ਹੈ ਇਹ ਨਹੀਂ ਸੀ, ਤੇ ਜਦ ਤੋਂ ਇਹ ਧਰਤੀ ਚੱਲੀ ਹੈ, ਦ੍ਰਿਸ਼ਟਮਾਨ ਹੋਇਆ ਹੈ, ਇਹ ਸਾਰਾ ਵਰਤਾਰਾ 4 ਯੁੱਗਾਂ ਦੇ ਵਿੱਚ ਹੋ ਰਿਹਾ ਹੈ। ਇੱਥੇ ਮਹਾਰਾਜ ਇਹੀ ਫਰਮਾ ਰਹੇ ਹਨ ਕਿ ਜੇ ਕਿਸੇ ਦੀ ਆਰਜਾ 4 ਯੁੱਗ ਹੋ ਜਾਏ, ਜਾਂ ਮੰਨ ਲਿਆ ਜਾਏ ਕਿ ਇਸ ਤੋਂ ਵੀ 10 ਗੁਣਾ ਹੋ ਜਾਏ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ। ਅੱਗੇ ਮਹਾਰਾਜ ਫਰਮਾਉਂਦੇ ਹਨ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਮਹਾਰਾਜ ਅੱਗੇ ਫਰਮਾਨ ਕਰਦੇ ਹਨ ਕਿ ਜੇ ਕੋਈ ਉਮਰ ਆਪਣੀ ਲੰਬੀ ਵੀ ਕਰ ਲੇ ਔਰ ਉਹ ਇੰਨੀ ਪ੍ਰਭਤਾ ਵੀ ਖੱਟ ਲੇ ਕਿ ਧਰਤੀ ਦੇ ਸਾਰੇ ਖੰਡਾਂ ਦੇ ਵਿੱਚ, 9 ਖੰਡਾਂ ਦੇ ਵਿੱਚ ਉਹ ਜਾਣਿਆ ਜਾਣ ਲੱਗ ਜਾਏ, ਸਾਰੇ ਉਸਨੂੰ ਜਾਣਦੇ ਹੋਣ, ਸਾਰੇ ਉਹਦੇ ਨਾਲ ਰਾਜੀ ਹੋਣ, ਸਾਰੇ ਉਹਦੇ ਕਹਿਣ ਤੇ ਚੱਲਣ, ਜਾਂ ਕੋਈ ਵੀ ਉਸ ਨਾਲ ਕਿੰਤੂ ਪਰੰਤੂ ਨਾ ਕਰੇ, ਜੇ ਐਸਾ ਵੀ ਕੋਈ ਕੁਛ ਕਰ ਲੈਂਦਾ ਹੈ ਔਰ ਇਸ ਤੋਂ ਅੱਗੇ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਲੇ, ਜੇ ਆਪਣੀ ਉਮਰ ਵੀ ਲੰਬੀ ਕਰ ਲੇ ਔਰ 9 ਖੰਡ ਪ੍ਰਿਥਵੀ ਦੇ ਵਿੱਚ ਉਹ ਜਾਣਿਆ ਵੀ ਜਾਣ ਲੱਗ ਜਾਏ, ਕੇਵਲ ਜਾਣੇ ਨਾ ਜਾਣ ਲੱਗ ਜਾਏ, ਸੰਸਾਰ ਉਹਦੇ ਪਿੱਛੇ ਵੀ ਚੱਲੇ, ਭਾਵ ਉਹਦੀ ਗੱਲ ਨੂੰ ਕੋਈ ਵੀ ਮੋੜਨ ਵਾਲਾ ਨਾ ਹੋਵੇ, ਔਰ ਉਸਨੇ ਸੰਸਾਰ 'ਚ ਆਪਣਾ ਬੜਾ ਚੰਗਾ ਨਾਮ ਵੀ ਰੱਖ ਲਿਆ ਹੋਵੇ। ਚੰਗਾ ਨਾਮ ਰੱਖਣ ਤੋਂ ਭਾਵ ਹੈ ਕਿ ਸੰਸਾਰ 'ਚ ਸਾਰੇ ਉਸਨੂੰ ਬਹੁਤ ਅੱਛਾ ਕਹਿ ਕੇ ਪੁਕਾਰਨ, ਮਹਾਦਾਨੀ, ਪਰਉਪਕਾਰੀ, ਇਸ ਤਰ੍ਹਾਂ ਦੇ ਲਫ਼ਜ਼ਾਂ ਨਾਲ ਵੀ ਜੇ ਉਹਨੂੰ ਸਾਰਾ ਸੰਸਾਰ ਸੰਬੋਧਿਤ ਕਰਨ ਲੱਗ ਜਾਏ ਔਰ ਉਹ ਆਪਣੇ ਸਾਰੇ ਸੰਸਾਰ ਵਿੱਚ ਆਪਣਾ ਜਸ ਗਵਾਏ। ਤਾਂ ਮਹਾਰਾਜ ਫਰਮਾ ਰਹੇ ਹਨ, ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗਲੇ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਮਹਾਰਾਜ ਫਰਮਾਨ ਕਰਦੇ ਹਨ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਇੰਨਾ ਕੁਛ ਹੋਣ ਤੋਂ ਬਾਵਜੂਦ ਵੀ 40 ਯੁੱਗ ਦੀ ਆਰਜਾ, 9 ਖੰਡ ਪ੍ਰਿਥਵੀ ਦੇ ਵਿੱਚ ਕਿਸੇ ਦੀ ਪ੍ਰਭਤਾ ਹੋਵੇ ਔਰ ਸਾਰੇ ਉਸ ਨੂੰ ਵਾਹ ਕਹਿ ਕੇ ਬੁਲਾਣ, ਚੰਗੇ ਨਾਮਾਂ ਨਾਲ ਸੰਬੋਧਿਤ ਕਰਨ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਹੇ ਸਿੱਧੋ, ਜੇ ਉਹ ਉਸ ਪ੍ਰਭੂ ਪਰਮਾਤਮਾ ਦੀ ਨਜ਼ਰ ਦੇ ਹੇਠ ਨਹੀਂ ਆਇਆ ਤਾਂ ਉਹਨੂੰ ਕੋਈ ਵੀ ਢੋਈ ਨਹੀਂ ਮਿਲੇਗੀ। ਨਿਰੰਕਾਰ ਦੇ
ਦਰ ਤੇ ਉਹਨੂੰ ਕੋਈ ਵੀ ਜਾਣੇਗਾ ਨਹੀਂ, ਉਹਦੀ ਉੱਥੇ ਕੋਈ ਵੀ ਪੁੱਛ ਨਹੀਂ ਹੋਏਗੀ। ਤਾਂ ਮਹਾਰਾਜ ਫਰਮਾਉਂਦੇ ਹਨ, ਜੇ ਤਿਸ ਨਦਰ ਨਾ ਆਵਈ, ਜੇ ਮਨੁੱਖ ਉਸ ਪਰਮਾਤਮਾ ਦੀ ਨਜ਼ਰ 'ਚ ਨਹੀਂ ਆਇਆ ਤਾਂ ਬਾਤ ਨਾ ਪੁੱਛੇ ਕਿ, ਤਾਂ ਕੋਈ ਵੀ ਉਹਦੀ ਰਤੀ ਭਰ ਵੀ ਜਿਹੜੀ ਹੈ ਉਹ ਪੁੱਛ ਨਹੀਂ ਕਰੇਗਾ ਉਸ ਪਰਮੇਸ਼ਰ ਦੇ ਦਰਬਾਰ ਤੇ। ਅੱਗੇ ਮਹਾਰਾਜ ਫਰਮਾਉਂਦੇ ਹਨ, ਉਸ ਨਾਲ ਫਿਰ ਕੀ ਹੋਏਗਾ। ਮਹਾਰਾਜ ਫਰਮਾਉਂਦੇ ਹਨ, ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਐਸਾ ਮਨੁੱਖ ਜਿਹੜਾ ਪਰਮੇਸ਼ਰ ਦਾ ਨਾਮ ਨਾ ਜਪਦਾ ਹੋਏ ਔਰ ਸਾਧਨਾ ਦੇ ਨਾਲ ਆਪਣੀ ਆਰਜਾ ਵਧਾ ਲਵੇ, ਜਾਂ ਹੰਕਾਰ 'ਚ ਆ ਕੇ ਆਪਣਾ ਨਾਂ ਜਿਹੜਾ ਹੈ ਉਹ ਸਾਰੇ ਸੰਸਾਰ 'ਚ ਚਲਾ ਵੀ ਲਏ, ਤਾਂ ਮਹਾਰਾਜ ਕਹਿੰਦੇ ਹਨ ਕਿ ਐਸਾ ਜਿਹੜਾ ਵਿਅਕਤੀ ਹੈ ਉਹ ਪਰਮਾਤਮਾ ਦੇ ਦਰ ਤੇ ਕੀੜਿਆਂ ਦੇ ਵਿੱਚ ਜਿਹੜਾ ਕੀੜਾ ਪਾਇਆ ਜਾਂਦਾ ਹੈ ਉਸ ਦੇ ਸਮਾਨ ਹੈ। ਕੀਟਾ ਅੰਦਰ ਕੀਟ ਕਰ, ਤਾਂ ਜਿਹੜੇ ਕੀੜੇ ਹਨ ਜੋ ਗੰਦਗੀ 'ਚ ਰਹਿੰਦੇ ਹਨ, ਉਹਨਾਂ ਕੀੜਿਆਂ ਦੇ ਅੰਦਰ ਜਿਹੜੇ ਕੀੜੇ ਹਨ, ਐਸਾ ਮਨੁੱਖ ਉਨ ਕੀੜਿਆਂ ਦੇ ਸਮਾਨ ਹਨ। ਦੋਸੀ ਦੋਸ ਧਰੇ, ਇੰਨਾ ਹੀ ਨਹੀਂ, ਜਿਹੜੇ ਬਹੁਤ ਵੱਡੇ ਦੋਸ਼ੀ ਹਨ, ਜਿਨ੍ਹਾਂ ਨੇ ਸੰਸਾਰ 'ਚ ਬਹੁਤ ਦੋਸ਼ ਕੀਤੇ ਹਨ, ਉਹ ਵੀ ਐਸੇ ਮਨੁੱਖ ਨੂੰ ਦੋਸ਼ ਲਾ ਕੇ ਬੁਲਾਉਂਦੇ ਹਨ। ਤਾਂ ਉਸਦੀ ਇੰਨੀ ਕੁ ਹੀ ਕਦਰ ਹੈ, ਇੰਨੀ ਹੀ ਬਾਤ ਹੈ ਕਿ ਉਹ ਜੇ ਪਰਮੇਸ਼ਰ ਦੀ ਨਜ਼ਰ 'ਚ ਨਹੀਂ ਆਉਂਦਾ ਤਾਂ ਉਹ ਕੀੜਿਆਂ ਦੇ ਵਿੱਚ ਪਾਏ ਜਾਣ ਵਾਲੇ ਕੀੜੇ ਦੇ ਸਮਾਨ ਹੈ, ਔਰ ਉਸਨੂੰ ਗੁਨੇਗਾਰ ਵੀ ਉਸ 'ਤੇ ਦੋਸ਼ ਜਿਹੜੇ ਹਨ ਉਹ ਲਾਉਂਦੇ ਹਨ। ਹਾਲਾਂਕਿ ਅਸੀਂ ਆਮ ਕਹਿ ਦਿੰਦੇ ਹਾਂ ਕਿ ਜਿਹੜਾ ਖੁਦ ਗੁਨੇਗਾਰ ਹੈ ਉਹ ਦੂਸਰੇ ਨੂੰ ਕੀ ਦੋਸ਼ ਦੇਗਾ, ਪਰ ਮਹਾਰਾਜ ਫਰਮਾਉਂਦੇ ਹਨ, ਜਿਹੜਾ ਉਸ ਪਰਮੇਸ਼ਰ ਦੀ ਨਜ਼ਰ 'ਚ ਨਹੀਂ ਆਉਂਦਾ ਉਸ 'ਤੇ ਦੋਸ਼ੀ ਵੀ ਦੋਸ਼ ਲਗਾ ਦਿੰਦੇ ਹਨ। ਫਿਰ ਮਹਾਰਾਜ ਫਰਮਾਉਂਦੇ ਹਨ, ਪਰ ਉਹ ਪ੍ਰਭੂ ਪਰਮਾਤਮਾ, ਉਹ ਪਰਮੇਸ਼ਰ, ਉਹ ਨਿਰੰਕਾਰ ਇੰਨਾ ਬੇਅੰਤ ਹੈ, ਇੰਨਾ ਦਿਆਲੂ ਹੈ, ਉਹ ਐਸੇ ਨਿਰਗੁਣਾ ਦੇ ਉੱਪਰ ਵੀ ਗੁਣ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਤਾਂ ਐਸੇ ਜਿਹੜੇ ਗੁਣਹੀਣ ਲੋਕ ਹਨ, ਜਿਨ੍ਹਾਂ ਅੰਦਰ ਕੋਈ ਗੁਣ ਨਹੀਂ ਹੈ, ਪਰਮਾਤਮਾ ਇੰਨਾ ਦਿਆਲੂ ਹੈ, ਉਹ ਐਸੇ ਨਿਰਗੁਣਿਆਂ ਨੂੰ ਵੀ ਗੁਣ ਜਿਹੜਾ ਹੈ ਬਖਸ਼ਦਾ ਹੈ। ਔਰ ਜਿਹੜੇ ਪਹਿਲਾਂ ਤੋਂ ਹੀ ਗੁਣਵਾਨ ਹਨ, ਜਿਨ੍ਹਾਂ ਨੂੰ ਮਹਾਰਾਜ ਨੇ ਪਹਿਲਾਂ ਹੀ ਗੁਣ ਬਖਸ਼ੇ ਹਨ, ਉਹਨਾਂ ਨੂੰ ਮਹਾਰਾਜ ਹੋਰ ਪਰਮੇਸ਼ਰ ਹੋਰ ਗੁਣ ਦਿੰਦਾ ਹੈ ਤੇ ਉਹਨਾਂ ਨੂੰ ਨਵਾਜ਼ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਫਰਮਾਨ ਕਰਦੇ ਹਨ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਭਾਵ ਨਾਨਕ ਜੀ ਕਹਿ ਰਹੇ ਹਨ ਕਿ ਪਰਮੇਸ਼ਰ ਇੰਨਾ ਦਿਆਲੂ ਹੈ, ਉਹ ਫਿਰ ਵੀ ਐਸੇ ਨਿਰਗੁਣਾਂ ਦੇ ਉੱਤੇ ਜਿਨ੍ਹਾਂ 'ਚ ਕੋਈ ਗੁਣ ਨਹੀਂ ਹੈ ਉਹਨਾਂ ਨੂੰ ਗੁਣ ਬਖਸ਼ਦਾ ਹੈ, ਤੇ ਜਿਹੜੇ ਪਹਿਲਾਂ ਹੀ ਗੁਣਵਾਨ ਹਨ ਉਹਨਾਂ ਨੂੰ ਹੋਰ ਸੋਭਾ ਹੋਰ ਗੁਣ ਦਿੰਦਾ ਹੈ। ਤੇਹਾ ਖੋਏ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਮਹਾਰਾਜ ਫਰਮਾਉਂਦੇ ਹਨ, ਗੁਰੂ ਨਾਨਕ ਸਾਹਿਬ ਫਰਮਾਨ ਕਰ ਰਹੇ ਹਨ, ਮੈਂ ਜਦੋਂ ਹਰ ਪਾਸੇ ਦੇਖਦਾ ਹਾਂ ਤਾਂ ਮੈਨੂੰ ਐਸਾ ਕੋਈ ਵੀ ਨਜ਼ਰ ਨਹੀਂ ਆਉਂਦਾ ਜੋ ਇਸ ਤਰ੍ਹਾਂ ਦਾ ਗੁਣ ਦੇਣ ਵਾਲਾ ਹੋਏ, ਜੋ ਨਿਰਗੁਣਾਂ ਨੂੰ ਵੀ ਗੁਣ ਦਿੰਦਾ ਹੋਏ। ਐਸਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ, ਜਾਂ ਐਸਾ ਹੋਰ ਕੋਈ ਵੀ ਨਹੀਂ ਹੈ ਜੋ ਨਿਰਗੁਣਾਂ ਨੂੰ ਗੁਣ ਦਿੰਦਾ ਹੋਏ ਤੇ ਗੁਣਵੰਤਿਆਂ ਨੂੰ ਹੋਰ ਗੁਣ ਪ੍ਰਦਾਨ ਕਰਦਾ ਹੋਏ। ਤਾਂ ਮਹਾਰਾਜ ਸਿੱਧਾਂ ਨੂੰ ਇੱਥੇ ਸੋਝੀ ਬਖਸ਼ਦੇ ਹੋਏ ਕਹਿੰਦੇ ਹਨ ਕਿ ਆਰਜਾ ਵਧਾਉਣ ਦੇ ਨਾਲ ਜਾਂ ਆਪਣੀ ਪਰਬਤਾ ਵਧਾਉਣ ਦੇ ਨਾਲ ਕੁਛ ਨਹੀਂ ਹੋਣ ਵਾਲਾ। ਜੇ ਉਸ ਪ੍ਰਭੂ ਪਰਮਾਤਮਾ ਦੀ ਨਜ਼ਰ 'ਚ ਨਹੀਂ ਆਏ ਤਾਂ ਦਰਗਾਹ ਤੇ ਜਿਹੜੀ ਸਾਡੀ ਔਕਾਤ ਹੈ ਜਾਂ ਜਿਹੜੀ ਸਾਡੀ ਪਹਿਚਾਣ ਹੈ ਉਹ ਕੀਟਾਂ ਦੇ ਵਿੱਚ, ਕੀੜਿਆਂ ਦੇ ਵਿੱਚ ਪਾਏ ਜਾਣ ਵਾਲੇ ਕੀੜਿਆਂ ਦੇ ਸਮਾਨ ਹੋਏਗੀ, ਤੇ ਉੱਥੇ ਦੋਸ਼ੀ ਵੀ ਸਾਡੇ ਤੇ ਦੋਸ਼ ਲਾਇਆ ਕਰਨਗੇ। ਤਾਂ ਮਹਾਰਾਜ ਫਰਮਾਉਂਦੇ ਹਨ ਕਿ ਨਿਰੰਕਾਰ ਦੀ ਉਸਤਤ ਕਰੋ ਦੇ ਨਜ਼ਰ ਦੇ ਹੇਠ ਆ ਕੇ ਗੁਣ ਪ੍ਰਾਪਤ ਕੀਤੇ ਜਾਂਦੇ ਹਨ, ਤੇ ਐਸਾ ਨਿਰੰਕਾਰ ਤੋਂ ਇਲਾਵਾ ਕੋਈ ਵੀ ਨਹੀਂ ਹੈ ਜੋ ਇਹ ਗੁਣ ਦੇ ਸਕਦਾ ਹੈ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ 7ਵੀਂ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧਾਂ ਦੇ ਦੁਆਰਾ ਦਿੱਤੇ ਹੋਏ ਲਾਲਚ ਨੂੰ, ਤੇ ਜੋ ਉਸ ਸਮੇਂ ਦੇ ਦੂਸਰਾ ਵੱਡਾ ਲਾਲਚ ਸੀਗਾ ਪ੍ਰਭਤਾ ਦਾ, ਆਪਣੀ ਵਾਈ ਖਟਾਣ ਦਾ, ਮਹਾਰਾਜ ਇਹ ਦੋਨਾਂ ਹੀ ਲਾਲਚਾਂ ਨੂੰ ਠੁਕਰਾਉਂਦੇ ਹੋਏ ਸਿੱਧਾਂ ਨੂੰ ਸੋਝੀ ਬਖਸ਼ਦੇ ਹਨ ਕਿ ਉਸ ਇੱਕ ਨਿਰੰਕਾਰ, ਇੱਕ ਪਰਮਾਤਮਾ ਦੀ ਉਸਤਤ ਕਰਕੇ ਹੀ ਉਸਦੀ ਅਸੀਂ ਨਦਰ ਪ੍ਰਾਪਤ ਕਰ ਸਕਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਸਮਤ ਬਖਸ਼ਣ। ਆਓ ਆਪਾਂ ਸਭ ਮਿਲ ਕੇ ਜੋਦੜੀ ਕਰੀਏ ਕਿ ਮਹਾਰਾਜ ਬੁੱਧੀ ਬਖਸ਼ਣ, ਤਾਂ ਜੋ ਉਹਨਾਂ ਦੀ ਅਗਾਮੀ ਬਾਣੀ ਦੀ ਵਿਚਾਰ ਅਸੀਂ ਸਾਂਝੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।